ਅਗਿਆਨਤਾ ਦੀ ਸਥਿਤੀ ਵਿੱਚ ਕਰਮਾਂ ਦਾ ਕ੍ਰਮ ਵਿਗੜ ਜਾਂਦਾ ਹੈ। ਸੰਸਾਰ ਵਿੱਚ ਜਿੰਨੇ ਵੀ ਸੁੱਖ ਦੁੱਖ ਆਦਿ ਭਰਮ ਹਨ, ਉਹ ਸਾਰੇ ਕਰਮਾਂ ਦੇ ਫਲ ਹੁੰਦੇ ਹਨ। ਅਗਿਆਨ ਰਾਹੀਂ ਪਾਪ ਕਰਮ ਹੋਣਾ ਸੁਭਾਵਕ ਹੀ ਹੈ ਅਤੇ ਤਾਂ ਉਸਦਾ ਦੰਡ ਮਨੁੱਖ ਨੂੰ ਭੋਗਣਾ ਹੀ ਪੈਂਦਾ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਸੰਸਾਰ ਵਿੱਚ ਦੁੱਖ ਦੋ ਤਰ੍ਹਾਂ ਦੇ ਹੁੰਦੇ ਹਨ, ਭੌਤਿਕ ਅਤੇ ਨੈਤਿਕ। ਗਿਆਨ ਪ੍ਰਾਪਤ ਕਰਕੇ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸੇ ਨੂੰ ਮੋਖ ਕਿਹਾ ਜਾਂਦਾ ਹੈ। ਯੋਗ ਵਸ਼ਿਸ਼ਟ। ਪੁਸਤਕ ਦਾ ਨਾਮ ਤੱਤਵ ਦ੍ਰਿਸ਼ਟੀ ਤੋਂ ਬੰਧਨ ਮੁਕਤੀ। ਪੁਸਤਕ ਦੀ ਜਾਣਕਾਰੀ। ਆਪਣੀ ਸਾਰੀ ਜ਼ਿੰਦਗੀ ਵਿੱਚ ਅਸੀਂ ਸਰਵ ਸ਼ਕਤੀਮਾਨ ਤੋਂ ਅਮਰਤਾ ਅਤੇ ਜੀਵਨ ਅਤੇ ਮੌਤ ਦੇ ਦਰ ਤੋਂ ਮੁਕਤੀ। ਪੂਰਨ ਸੱਚ ਇਹ ਹੈ, ਸਾਡੀਆਂ ਆਤਮਾਵਾਂ ਪਹਿਲਾਂ ਤੋਂ ਹੀ ਨਾਸ਼ਵਾਨ ਸਰੀਰਾਂ ਵਿੱਚ ਰਹਿਣ ਵਾਲੀਆਂ ਅਮਰ ਹਸਤੀਆਂ ਹਨ। ਹਰ ਜਨਮ ਸ਼੍ਰੇਸ਼ਟ ਕੰਮ ਕਰਨ, ਖੁਦ ਅਤੇ ਦੂਜਿਆਂ ਦੇ ਲਈ ਬਹੁਤ ਖੁਸ਼ੀ ਪੈਦਾ ਕਰਨ ਦਾ ਅਵਸਰ ਦਿੰਦਾ ਹੈ। ਚੰਗੇ ਕਰਮ ਕੀਤੇ ਬਿਨਾਂ ਸਿਹਤ, ਧਨ, ਸੁੱਖ, ਸਫਲਤਾ ਅਤੇ ਪ੍ਰਸਿੱਧੀ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਜਦੋਂ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਪਰਮਪਿਤਾ ਪਰਮਾਤਮਾ ਦੇ ਅਮਰ ਬੱਚੇ ਹਾਂ, ਤਾਂ ਜੋ ਸ਼ਾਂਤੀ, ਆਨੰਦ ਅਤੇ ਪ੍ਰੇਮ ਦੇ ਅਨੰਤ ਸਰੋਤ ਹਨ, ਇਸ ਲਈ ਅਸੀਂ ਇਹਨਾਂ ਮੂਲ ਕਦਰਾਂ ਕੀਮਤਾਂ ਤੋਂ ਜਾਣੂ ਹੋ ਜਾਂਦੇ ਹਾਂ ਅਤੇ ਫਿਰ ਉਹ ਸਾਡੇ ਵਿਚਾਰਾਂ ਅਤੇ ਕੰਮ ਨੂੰ ਮਹਾਨ ਅਤੇ ਸ਼ੁੱਧ ਬਣਾਉਂਦੇ ਹਨ। ਮੁਕਤੀ ਕਿਵੇਂ ਪ੍ਰਾਪਤ ਕਰੀਏ? ਆਤਮ ਗਿਆਨ ਪ੍ਰਾਪਤ ਕਰਨ ਨਾਲ ਇਹ ਸੰਭਵ ਹੈ। ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਜੀਵਨ ਅਤੇ ਬ੍ਰਹਮਾਂਡ ਦਾ ਕਾਰਨ ਕੀ ਹੈ ਜਾਂ ਕੌਣ ਹੈ। ਯੋਗ, ਤਪ, ਸ਼ਾਸਤਰਾਂ ਤੋਂ ਬ੍ਰਹਮ ਦਾ ਗਿਆਨ, ਸਾਧਨਾ, ਉਪਾਸਨਾ ਅਤੇ ਧਿਆਨ ਸ਼ਾਂਤੀ, ਚੇਤਨਾ ਦੇ ਉਤਥਾਨ ਅਤੇ ਦਾਰਸ਼ਨਿਕ ਦ੍ਰਿਸ਼ਟੀ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ। ਇਹ ਸਾਰੇ ਸਾਡੇ ਬੰਧਨ ਅਤੇ ਮੋਹ ਨੂੰ ਘੱਟ ਕਰਨ ਵਿੱਚ ਅਤੇ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ। ਪੁਸਤਕ ਦੇ ਕੁਝ ਅੰਸ਼। ਹਕੀਕਤ ਦੀ ਤਹਿ ਤੱਕ ਪਹੁੰਚਣ ਦੇ ਲਈ ਸਾਨੂੰ ਪਰਖ ਦੇ ਆਧਾਰ ਨੂੰ ਬਹੁਤ ਵਿਸ਼ਾਲ ਕਰਨਾ ਪਵੇਗਾ। ਇੰਦਰੀਆਂ ਦੇ ਗਿਆਨ ਨੂੰ ਹੀ ਸਭ ਕੁਝ ਮੰਨ ਬੈਠਣਾ ਭੁੱਲ ਹੈ। ਜੋ ਭੌਤਿਕ ਪ੍ਰਯੋਗਸ਼ਾਲਾ ਤੋਂ ਪ੍ਰਤੱਖ ਹੋ ਸਕੇ ਉਹੀ ਸਹੀ ਹੈ, ਅਜਿਹਾ ਕੁਝ ਨਹੀਂ। ਆਮ ਤੌਰ ਤੇ ਸਾਡੀ ਅਨੁਭੂਤੀਆਂ ਅਸਲੀਅਤ ਤੋਂ ਉਲਟ ਹੁੰਦੀਆਂ ਹਨ। ਇੰਦਰੀਆਂ ਅਪੂਰਨ ਹੀ ਨਹੀਂ ਬਲਕਿ ਕਈ ਵਾਰ ਤਾਂ ਉਹ ਗੁੰਮਰਾਹ ਕੁੰਨ ਜਾਣਕਾਰੀ ਦੇ ਕੇ ਸਾਨੂੰ ਧੋਖਾ ਵੀ ਦਿੰਦੀਆਂ ਹਨ। ਉਹਨਾਂ ਉੱਤੇ ਭਰੋਸਾ ਕਰਕੇ ਪ੍ਰਤੱਖਵਾਦ ਨੂੰ ਆਧਾਰ ਮੰਨ ਕੇ ਸਦੀਵੀ ਸੱਚ ਨੂੰ ਪ੍ਰਾਪਤ ਕਰਨਾ ਤਾਂ ਦੂਰ ਸਮਝ ਸਕਣਾ ਵੀ ਸੰਭਵ ਨਹੀਂ ਹੁੰਦਾ। ਮਾਇਆ ਦਾ ਅਰਥ ਵੇਦਾਂਤ ਨੇ ਇਸ ਅਰਥ ਵਿੱਚ ਕੀਤਾ ਹੈ, ਜਿਸ ਵਿੱਚ ਜੋ ਕਿਹਾ ਜਾਂਦਾ ਹੈ ਉਹ ਅਸਲ ਵਿੱਚ ਸੱਚ ਨਹੀਂ। ਸੰਸਾਰ ਨੂੰ ਇਸ ਸਥਿਤੀ ਵਿੱਚ ਇਸ ਤਰ੍ਹਾਂ ਦਾ ਮੰਨਿਆ ਗਿਆ ਹੈ। ਉਹ ਜਿਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਹੈ ਕਿ ਉਹ ਉਸ ਤਰ੍ਹਾਂ ਦਾ ਹੀ ਹੈ। ਇਸ ਪ੍ਰਸ਼ਨ ਤੇ ਜਦੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਪ੍ਰਤੀਤ ਹੋਵੇਗਾ ਕਿ ਸੰਸਾਰ ਵਿੱਚ ਜੋ ਕੁਝ ਅਸੀਂ ਇੰਦਰੀਆਂ ਰਾਹੀਂ ਦੇਖਦੇ ਹਾਂ, ਅਨੁਭਵ ਕਰਦੇ ਹਾਂ, ਉਹ ਅਜਿਹਾ ਨਹੀਂ ਹੁੰਦਾ। ਇੰਦਰੀਆਂ ਦੇ ਮਾਧਿਅਮ ਤੋਂ ਮਸਤਕ ਦੇ ਹੋਣ ਵਾਲੀਆਂ ਅਨੁਭੂਤੀਆਂ ਦੇ ਨਾਂ ਦੀ ਜਾਣਕਾਰੀ ਉਦੋਂ ਹੀ ਸੱਚ ਹੋ ਸਕਦੀ ਹੈ ਜਦੋਂ ਵਸਤੂਆਂ ਦੇ ਅਸਲ ਸਰੂਪ ਨੂੰ ਸਹੀ ਰੂਪ ਵਿੱਚ ਇੰਦਰੀਆਂ ਸਮਝ ਸਕਣ। ਜੇਕਰ ਇਹ ਧੋਖਾ ਖਾਣ ਲੱਗਣ ਤਾਂ ਮਸਤਕ ਗਲਤ ਅਨੁਭਵ ਕਰੇਗਾ ਅਤੇ ਅਸਲੀਅਤ ਉਲਟ ਦਿਖਾਈ ਪੈਣ ਲੱਗੇਗੀ। ਸੰਸਾਰ ਇਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਦਾ ਅਸੀਂ ਉਸਨੂੰ ਦੇਖਦੇ ਹਾਂ। ਸੱਚ ਤਾਂ ਇਹ ਹੈ ਕਿ ਸੰਸਾਰ ਦੇ ਸਾਰੇ ਪਦਾਰਥ ਕੁਝ ਵਿਸ਼ੇਸ਼ ਤਰ੍ਹਾਂ ਦੇ ਪਰਮਾਣੂਆਂ ਦੀ ਭੱਜਦੀ ਦੌੜਦੀ ਹਲਚਲ ਮਾਤਰ ਹਨ। ਸਾਡੀਆਂ ਅੱਖਾਂ ਦੀ ਬਣਤਰ ਅਤੇ ਮਸਤਕ ਦੀ ਗਤੀਵਿਧੀਆਂ ਜਿਸ ਤਰ੍ਹਾਂ ਦੀਆਂ ਹਨ, ਉਸੇ ਤਰ੍ਹਾਂ ਦੀਆਂ ਵਸਤੂਆਂ ਦੀ ਅਨੁਭੂਤੀ ਹੁੰਦੀ ਹੈ। ਹਕੀਕਤ ਨੂੰ ਨਾ ਜਾਣਨ ਦੇ ਕਾਰਨ ਹੀ ਕਦੇ ਦੁੱਖ ਕਲੇਸ਼ ਪੈਦਾ ਹੋਏ। ਮਹਾਰਿਸ਼ੀ ਵਸ਼ਿਸ਼ਟ ਨੇ ਭਗਵਾਨ ਰਾਮ ਨੂੰ ਦੁੱਖਾਂ ਦਾ ਕਾਰਨ ਅਗਿਆਨ ਦੱਸਦੇ ਹੋਏ ਉਹਨਾਂ ਤੋਂ ਮੁਕਤ ਹੋਣ ਦੀ ਤਰਕੀਬ ਗਿਆਨ ਸਾਧਨਾ ਹੀ ਦੱਸਿਆ ਹੈ। ਅਗਿਆਨਤਾ ਦੀ ਸਥਿਤੀ ਵਿੱਚ ਕਰਮ ਦਾ ਕ੍ਰਮ ਵਿਗੜ ਜਾਂਦਾ ਹੈ। ਸੰਸਾਰ ਵਿੱਚ ਜਿੰਨੇ ਵੀ ਸੁੱਖ ਦੁੱਖ ਆਦਿ ਭਰਮ ਹਨ, ਉਹ ਸਾਰੇ ਕਰਮਾਂ ਦੇ ਫਲ ਹੁੰਦੇ ਹਨ। ਅਗਿਆਨਤਾ ਰਾਹੀਂ ਪਾਪ ਕਰਮ ਹੋਣਾ ਸੁਭਾਵਕ ਵੀ ਹੈ ਅਤੇ ਫਿਰ ਉਸਦਾ ਦੰਡ ਮਨੁੱਖ ਨੂੰ ਭੋਗਣਾ ਹੀ ਪੈਂਦਾ ਹੈ। ਇੰਨਾ ਹੀ ਕਿਉਂ, ਸਕਾਮ ਭਾਵ ਤੋਂ ਕੀਤੇ ਗਏ ਚੰਗੇ ਕਰਮ ਸੁੱਖਾਂ ਦੇ ਰੂਪ ਵਿੱਚ ਪਰਿਪੱਕ ਹੁੰਦੇ ਹਨ ਅਤੇ ਝੂਠ ਹੋਣ ਦੇ ਕਾਰਨ ਕੁਝ ਹੀ ਸਮੇਂ ਵਿੱਚ ਦੁੱਖ ਵਿੱਚ ਬਦਲ ਜਾਂਦੇ ਹਨ। ਇਸ ਲਈ ਕਰਮ ਹੀ ਜ਼ਿਆਦਾਤਰ ਬੰਧਨਾਂ ਅਤੇ ਦੁੱਖਾਂ ਨੂੰ ਮਨੁੱਖ ਤੇ ਥੋਪਦਾ ਹੈ। ਪੁਸਤਕ ਦੇ ਕੁਝ ਬਿੰਦੂ। ਪ੍ਰਤੱਖ ਲੱਗਣ ਤੇ ਵੀ ਸੱਚ ਕਿਹਾ। ਸਾਰੇ ਦੁੱਖਾਂ ਦਾ ਕਾਰਨ ਅਗਿਆਨਤਾ। ਸੁੱਖ ਦਾ ਕੇਂਦਰ ਅਤੇ ਸਰੋਤ ਆਤਮਾ। ਈਸ਼ਵਰ ਦੀ ਸਤਿਚਿਤ ਆਨੰਦਮਈ ਸੱਤਾ। ਈਸ਼ਵਰ ਜੋਤੀ ਹੈ ਅਤੇ ਆਤਮਾ ਚਿੰਗਾਰੀ। ਸਮਰਥ ਸੱਤਾ ਨੂੰ ਖੋਜੋ। ਤਤ ਦਰਸ਼ਨ ਤੋਂ ਆਨੰਦ ਅਤੇ ਮੁਕਤੀ।